गज के आखिए जी। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। सलोक महला तीजा। मनमुख मैली कामनी कुलखणी कुनार। फिर छोड़िया घर अपना पर पुरखै नाल प्यार। तृष्णा कदे न चुकाई जल्दी करे पुकार। नानक बिन नावै करूप कुसोहणी पर हर छोड़ी पतहार। नानक बिन नावै करूप कुसोहणी पर हर छोड़ी पतहार। वाहिगुरु ये पवित्र वचन तीसरे पातशाह धन धन श्री गुरु अमरदास महाराज जी के उचारण किए हुए राग श्री राग की वार अंग 99 उपर सुभाएमान। धन धन श्री गुरु अमरदास महाराज जी जीव नूं ज्ञान बख्शिश करते हुए की बेनती करते हैं कि मनमुख उस इस्त्री वर्गा है जिहड़ी अपने मालक नूं छड्ड के होर थावां ते भटकदी फिरे। जिहड़ा मनमुख मनुख है जां इस्त्री है उन्हां दे परथाए पातशाह जी ने बचन कीते। ये मनमुख उस इस्त्री वर्गा है जिहड़ी अपने मालक नूं छड्ड के फिर छोड़िया घर अपना घर छड्ड के अपने मालक नूं छड्ड के पर पुरखै नाल प्यार। दूजियां दे नाल मोह मुहब्बत प्यार। अपने आप नूं छड्ड के अपने घर नूं छड्ड के मालक नूं छड्ड के जो थां थां भटकदी फिरदी आ वो कदे भी तृष्णा कदे न चुकई जल्दी करे पुकार। ओदी तृष्णा ओदी भटकना कदे भी खत्म नहीं हो सकती। वो आशा तृष्णावां वासनावां दी अग विच मचदी रहिंदी है। उदाहरण दित्ती जाती है सौखी समझ आ जावे तो उदाहरण दिती है किसी बेसवा इस्त्री दी। ते साडा मन भी उस बेसवा दी न्याई है जिहड़ा गुरु नूं छड्ड के परमेश्वर नूं छड्ड के अपने निज स्वरूप नूं छड्ड के जिहदे विच रहिंदा इहनूं छड्ड के फिर मड़ियां मसाणियां कवरां नूं पूजदा फिरदा मनमुख हो के उस बेसवा दे वर्गा है। इस करके इनू पातशाह जी ने इहो जी शब्दां नाल संबोधन किया मनमुख नूं। ये मनमुख जिहड़ा है मैला है मैली इस्त्री वर्गा बेसवा इस्त्री वर्गा विषे विकारां दा भरिया होया कुड़ियार झूठा कुलखनी चंगे लक्षण नहीं हन साडे मन दे। कुनार कुनार कहते हैं व्यभिचार ने इस्त्री जो व्यभिचार कमाउंदी है। जिस तरह धन गुरु नानक देव जी महाराज जिस वेले ढाके बंगले वाल गए अगे असाम दे वल जाना सीगा संगलादीप दे वल जाना सी
ਤਾਂ ਢਾਕਾ ਬੰਗਲਾ ਜਿਹੜਾ ਉੱਥੇ ਇਸਤਰੀਆਂ ਦਾ ਬੜਾ ਹੀ ਜ਼ੋਰ ਹੈ। ਉਹ ਆਪਣੀ ਮਰਜ਼ੀ ਚਲਾਉਂਦੀਆਂ ਮਨੁੱਖਾਂ ਦੇ ਉੱਤੇ, ਔਰ ਆਪਣੇ ਪਤੀਆਂ ਦੀ ਗੱਲ ਨਹੀਂ ਸੁਣਦੀਆਂ ਅਤੇ ਭਟਕਦੀਆਂ ਹਨ। ਉਹਨਾਂ ਕੋਲੇ ਕੋਈ ਐਸੀ ਸ਼ਕਤੀ ਹੈ ਜਾਦੂ ਮੰਤਰਾਂ ਦੀ ਕਿ ਜੋ ਚਾਹੁਣ ਮਨੁੱਖ ਦੇ ਨਾਲ ਕਰਦੀਆਂ, ਮਨੁੱਖ ਦਾ ਰੂਪ ਬਦਲ ਦਿੰਦੀਆਂ। ਜਿਵੇਂ ਭਾਈ ਮਰਦਾਨਾ ਜੀ ਦਾ ਰੂਪ ਬਦਲ ਦਿੱਤਾ। ਤਾਂ ਜਿਸ ਵੇਲੇ ਭਾਈ ਮਰਦਾਨਾ ਜੀ ਉਹਨਾਂ ਦੇ ਘਰ ਪਾਣੀ ਪੀਣ ਵਾਸਤੇ ਹੀ ਖੜ੍ਹੇ ਸੀ 2 ਮਿੰਟ ਲਈ, ਅਤੇ ਉਹਨਾਂ ਇਸਤਰੀਆਂ ਨੇ ਆਪਣੇ ਜਾਦੂ ਦਾ ਮੰਤਰ ਮਾਰ ਕੇ ਉਹਨੂੰ ਅੰਦਰ ਬਿਠਾ ਲਿਆ ਅਤੇ ਬਿਠਾ ਕਰਕੇ ਭੇਡੂ ਬਣਾ ਕੇ ਬੰਨ੍ਹ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦ ਲੈਣ ਵਾਸਤੇ ਗਏ ਅਤੇ ਉਹਨਾਂ ਵਿਭਚਾਰਨ ਇਸਤਰੀਆਂ ਨੇ, ਉਹਨਾਂ ਬੇਸਵਾ ਬਿਰਤੀ ਵਾਲੀਆਂ ਕਾਮਨੀਆਂ ਨੇ, ਕੁਲੱਛਣੀਆਂ ਨੇ, ਮਾੜੇ ਲੱਛਣਾਂ ਵਾਲੀਆਂ ਨੇ, ਕੁਨਾਰ ਬਦਤਮੀਜ਼, ਜਿਸ ਨੂੰ ਅਕਲ ਨਹੀਂ ਹੈ ਜ਼ਿੰਦਗੀ ਜਿਉਣ ਦੀ, ਬਿਬ ਆਚਾਰਨ ਭਾਵ ਜਿਨ੍ਹਾਂ ਦਾ ਆਚਾਰਨ ਮਾੜਾ ਹੈ, ਜਿਨ੍ਹਾਂ ਦਾ ਆਚਰਣ ਮਾੜਾ ਹੈ, ਉਹਨਾਂ ਨੇ ਸਤਿਗੁਰਾਂ ਦੇ ਉੱਤੇ ਵੀ ਉਸੇ ਤਰ੍ਹਾਂ ਮੰਤਰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਸਤਿਗੁਰੂ ਪਾਤਸ਼ਾਹ ਜੀ ਅੱਗੋਂ ਸਰਬ ਕਲਾ ਸਮਰੱਥ ਕਹਿੰਦੇ ਏਕ ਓਂਕਾਰ, ਜਦੋਂ ਇਹ ਬਚਨ ਕੀਤਾ ਤੇ ਉਲਟਾ ਉਹਨਾਂ ਦਾ ਮੰਤਰ ਉਹਨਾਂ 'ਤੇ ਹੀ ਚੱਲ ਗਿਆ। ਅਤੇ ਉਹ 2 ਇਸਤਰੀਆਂ ਸਨ, ਉਹ ਵੀ ਉਸੇ ਤਰ੍ਹਾਂ ਦੀਆਂ ਭੇਡ ਅਤੇ ਕੁੱਤੀ ਆਦਿ ਬਣ ਗਈਆਂ। ਕਹਿੰਦੇ ਜਦੋਂ ਸ਼ਾਮਾਂ ਨੂੰ ਉਹਨਾਂ ਦੇ ਘਰਾਂ ਵਾਲੇ ਘਰੇ ਆਏ ਅਤੇ ਵੇਖਿਆ ਕੀ ਹੋ ਗਿਆ, ਗੁਆਂਢੀਆਂ ਨੇ ਦੱਸਿਆ ਵੀ ਕੋਈ ਸਾਧੂ ਆਏ ਸੀ, ਇਹਨਾਂ ਨੇ ਉਹਨਾਂ 'ਤੇ ਹਮਲਾ ਕਰਨਾ ਚਾਹਿਆ। ਉਹਨਾਂ ਨੇ ਆਪਣਾ ਮੰਤਰ ਮਾਰ ਦਿੱਤਾ ਅਤੇ ਇਹ ਹਾਲਤ ਇਹਨਾਂ ਦੀ ਹੋ ਗਈ ਆ। ਫਿਰ ਉਹਨਾਂ ਦੇ ਘਰ ਵਾਲੇ ਗਏ, ਉਹਨਾਂ ਨੂੰ ਨਾਲ ਲੈ ਕੇ ਪਿੰਡੋਂ ਬਾਹਰ, ਕਹਿੰਦੇ ਫਿਰਨੀ 'ਤੇ ਬੈਠੇ ਆ ਉਹ ਸਾਧੂ। ਜਦ ਪਿੰਡੋਂ ਬਾਹਰ ਆਏ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨੀ ਪਏ, ਕਹਿੰਦੇ ਜੀ ਬਖਸ਼ ਦਿਓ, ਸਾਡੀਆਂ ਇਹ ਘਰਾਂ ਵਾਲੀਆਂ ਦੀ ਆਦਤ ਬਹੁਤ ਮਾੜੀ ਹੈ, ਤਾਂ ਸਾਨੂੰ ਕੁਛ ਨਹੀਂ ਸਮਝਦੀਆਂ। ਜੇ ਕੋਈ ਬਾਹਰਲਾ ਮਨੁੱਖ ਆ ਜਾਂਦਾ ਅਤੇ ਉਹਨਾਂ 'ਤੇ ਜਾਦੂ ਮੰਤਰ ਕਰਕੇ ਆਪਣੇ ਘਰ ਬੰਨ੍ਹ ਲੈਂਦੀਆਂ। ਮਹਾਰਾਜ ਜੀ ਨੇ ਫਿਰ ਉੱਥੇ ਸ਼ਬਦ ਉਚਾਰਿਆ ਸੀ ਉਹਨਾਂ ਪ੍ਰਥਾਏ, ਕੱਲਰ ਕੀਆਂ ਬਣਜਾਰੀਆਂ ਝੂੰਗੇ ਮੁਸ਼ਕ ਮੰਗੇਨ, ਕੱਲਰ ਦਾ ਬਣਜਾਰਾ ਹੁਣ ਕੀ ਖੱਟੂਗਾ, ਕੱਲਰ ਵਿੱਚ ਕੋਈ ਫਸਲ ਨਹੀਂ ਹੁੰਦੀ। ਜੇ ਕੱਲਰ 'ਚ ਮੀਂਹਾਂ ਦਾ ਪਾਣੀ ਖੜ ਵੀ ਜਾਵੇ ਕਿਸੇ ਟੋਹੇ ਵਿੱਚ, ਉਹਦੇ ਵਿੱਚ ਮੱਛੀਆਂ ਦਾ ਪੂੰਗ ਪੈਦਾ ਹੋ ਜਾਂਦਾ, ਜਿਹੜਾ ਕਿ ਖਾਧਾ ਵੀ ਨਹੀਂ ਜਾ ਸਕਦਾ। ਭਾਵ ਕੱਲਰ ਕੀਆਂ ਬਣਜਾਰੀਆਂ ਝੂੰਗੇ ਮੁਸ਼ਕ ਮੰਗੇਨ, ਕੰਤਾਂ ਬਾਝੋ ਆਪਣੇ ਕਰਮਾਂ ਬਾਝੋ ਆਪਣੇ, ਕਿਉਂ ਕਰ ਕੰਤ ਮਲੇਨ। ਪਤੀਆਂ ਤੋਂ ਵਿਛੜੀਆਂ ਹੋਈਆਂ, ਭਟਕੀਆਂ ਹੋਈਆਂ ਐਸੀਆਂ ਇਸਤਰੀਆਂ ਦੀ ਨਿਆਈ ਇਹ ਮਨੁੱਖ ਹੈ। ਜਦੋਂ ਉਹਨਾਂ ਨੇ ਮਾਫੀਆਂ ਮੰਗੀਆਂ ਢਾਕੇ ਬੰਗਲੇ ਵਾਲਿਆਂ ਨੇ, ਫਿਰ ਬਾਬਾ ਜੀ ਕਹਿਣ ਲੱਗੇ ਤੁਹਾਨੂੰ ਜਿਹੜਾ ਆਪਣਾ ਸੁਭਾਅ ਬਦਲਣਾ ਪੈਣਾ। ਜਿਸ ਤਰ੍ਹਾਂ ਸਾਡੇ ਮਰਦਾਨੇ ਨੂੰ ਤੁਸੀਂ ਭੇਡੂ ਬਣਾ ਕੇ ਬੰਨ੍ਹ ਲਿਆ, ਇਹ ਚੰਗਾ ਨਹੀਂ ਕੀਤਾ। ਕਿ ਤੁਸੀਂ ਬਾਹਰੋਂ ਆਏ ਯਾਤਰੀਆਂ ਨੂੰ ਦੁੱਖ ਦਿੰਦੇ ਹੋ, ਇਸ ਤਰ੍ਹਾਂ ਮਨ ਮਰਜ਼ੀ ਕਰਦੇ ਹੋ। ਫਿਰ ਉਸ ਇਲਾਕੇ ਦੇ ਲੋਕਾਂ ਨੂੰ ਸਿੱਖੀ ਪ੍ਰਦਾਨ ਕੀਤੀ, ਸਿੱਧੇ ਰਸਤੇ ਪਾਇਆ। ਇਹ ਹੈ ਉਦਾਹਰਨ। ਅਤੇ ਮਨਮੁੱਖ ਜਿਹੜਾ ਹੈ ਉਹ ਵੀ ਇੱਦਾਂ ਦਾ ਹੀ ਆ। ਮਨਮੁੱਖ ਮੈਲੀ ਕਾਮਨੀ ਕੁਲੱਖਣੀ ਕੁਨਾਰ, ਇਹ ਜਿਹੜਾ ਮਨਮੁੱਖ ਹੈ
ਇਹ ਕੁਲੱਛਣੀ ਇਸਤਰੀ ਵਰਗਾ ਹੈ ਜਿਹਦੇ ਲੱਛਣ ਚੰਗੇ ਨਹੀਂ। ਕੁਨਾਰ ਵਿਭਚਾਰ ਨੇ ਇਸਤਰੀ, ਜਿਸ ਦੇ ਵਿੱਚ ਕਾਮਨਾਵਾਂ ਦੀ, ਆਸ਼ਾ ਤ੍ਰਿਸ਼ਨਾ ਦੀ, ਕਾਮ ਦੀ ਅੱਗ ਮੱਚਦੀ ਆ। ਫਿਰ ਛੋਡਿਆ ਘਰ ਆਪਣਾ, ਆਪਣੇ ਮਾਲਕ ਨੂੰ ਛੱਡ ਕੇ, ਪਰ ਪੁਰਖੇ ਨਾਲ ਪਿਆਰ। ਸਾਡੇ ਮਨ ਦਾ ਵੀ ਇਹ ਸੁਭਾਅ ਹੈ, ਗੁਰੂ ਨੂੰ ਛੱਡ ਕੇ ਥਾਂ ਥਾਂ ਭਟਕਦੇ ਰਹਿਣਾ। ਤਾਂ ਫਿਰ ਛੋਡਿਆ ਘਰ ਆਪਣੇ, ਪਰ ਪੁਰਖੇ ਨਾਲ ਪਿਆਰ। ਤ੍ਰਿਸ਼ਨਾ ਕਦੇ ਨ ਚੁਕਈ, ਜਲਦੀ ਕਰੇ ਪੁਕਾਰ। ਤੁਸੀਂ ਗੱਲਾਂ ਕਰਨ ਆਏ ਹੋ ਭਾਈ, ਬਾਹਰ ਭਾਗ ਜਾਓ ਉੱਠ ਕੇ। ਫਿਰ ਛੋਡਿਆ ਘਰ ਆਪਣੇ, ਪਰ ਪੁਰਖੇ ਨਾਲ ਪਿਆਰ। ਇਹ ਮਨਮੁਖ ਲੋਕ ਆਪਣੇ ਮਾਲਕ ਨੂੰ ਛੱਡ ਕੇ ਥਾਂ ਥਾਂ ਭਟਕਦੇ ਹਨ, ਉਸ ਬੇਸਵਾ ਇਸਤਰੀ ਵਰਗੇ ਹਨ। ਕੀ ਕਹਿੰਦੇ ਆ ਕਬੀਰ ਸਾਹਿਬ, ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਹਰ ਜਸ ਚਲਤੇ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜਮ ਧੱਕੇ ਖਾਵੇ। ਕਥਾ ਚੱਲ ਰਹੀ ਹੈ, ਤੁਸੀਂ ਆਪਦੀਆਂ ਗੱਲਾਂ ਮਾਰਨ ਲੱਗ ਪਏ, ਇਹ ਚੰਗੀ ਗੱਲ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਇਹ ਮਨਮੁਖ ਜਿਹੜਾ ਹੈ ਉਸ ਬੇਸਵਾ ਇਸਤਰੀ ਵਰਗਾ ਹੈ, ਜਿਹੜੀ ਆਪਣੇ ਮਾਲਕ ਨੂੰ ਛੱਡ ਕੇ ਥਾਂ ਥਾਂ ਭਟਕਦੀ ਰਹਿੰਦੀ ਹੈ। ਤ੍ਰਿਸ਼ਨਾ ਕਦੇ ਨਾ ਚੁੱਕੀ, ਮਨਮੁਖ ਕਦੇ ਵੀ ਰੱਜਦਾ ਨਹੀਂ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਉਹਨਾਂ ਦੀ ਕਦੇ ਵੀ ਭੁੱਖ ਦੂਰ ਨਹੀਂ ਹੁੰਦੀ, ਭਾਵੇਂ ਚਾਰਾਂ ਪੁਰੀਆਂ ਦਾ ਸਮਾਨ ਕਿਸੇ ਇੱਕ ਬੰਦੇ ਨੂੰ ਦੇ ਦਿਓ। ਜਲਦੀ ਕਰੇ ਪੁਕਾਰ, ਜਿਵੇਂ ਉਹ ਬੇਸਵਾ ਇਸਤਰੀ ਆਪਣੀ ਵਾਸ਼ਨਾ ਵਿੱਚ ਮੱਚਦੀ ਰਹਿੰਦੀ ਹੈ, ਇਸੇ ਤਰ੍ਹਾਂ ਹੀ ਮਨਮੁਖ ਬੰਦਾ ਵੀ ਆਪਣੀਆਂ ਆਸ਼ਾ ਤ੍ਰਿਸ਼ਨਾਵਾਂ ਕਰਕੇ ਭਟਕਦਾ ਰਹਿੰਦਾ। ਇਹ ਮਨੁੱਖਾ ਜੀਵਨ ਸਾਡਾ ਤਾਂ ਹੀ ਸੋਹਣਾ ਲੱਗਦਾ ਹੈ ਜੇ ਗੁਰੂ ਦੇ ਸ਼ਬਦ ਨਾਲ ਜੁੜੀਏ। ਨਾਨਕ ਬਿਨ ਨਾਵੈ ਕਰੂਪ ਕਸੋਹਣੀ, ਨਾਮ ਤੋਂ ਬਿਨਾ ਇਹ ਬੰਦਾ ਕਰੂਪ ਹੈ। ਇਹਦਾ ਮਤਲਬ ਇਹ ਨਹੀਂ ਕਿ ਜੇ ਬਾਹਰੋਂ ਸੋਹਣਾ ਨਹੀਂ ਲੱਗਦਾ, ਰੰਗ ਰੂਪ ਸੋਹਣਾ ਨਹੀਂ, ਤੇ ਉਸ ਨੂੰ ਕਰੂਪ ਕਿਹਾ। ਇੱਥੇ ਕਰੂਪ ਦਾ ਮਤਲਬ ਹੈ ਜਿਹੜਾ ਮਨੁੱਖ ਸੱਚ ਨਾਲ ਨਹੀਂ ਜੁੜਿਆ, ਨਾਮ ਨਹੀਂ ਜਪਦਾ। ਤੇ ਉਹ ਮਨੁੱਖ ਵੀ ਸੋਹਣੇ ਲੱਗਦੇ ਹਨ ਜਿਹੜੇ ਨਾਮ ਜਪਦੇ ਹਨ। ਕਿ ਕੋਈ ਬਹੁਤ ਸੋਹਣਾ ਹੋਵੇ ਪਰ ਮਾਲਕ ਤੋਂ ਵਿਛੜਿਆ ਹੋਵੇ, ਉਹ ਸੋਹਣਾ ਨਹੀਂ ਲੱਗਦਾ। ਜਿਸ ਤਰ੍ਹਾਂ ਰਾਵਣ ਦੇ ਬਾਰੇ 4 ਚੀਜ਼ਾਂ ਪਾਤਸ਼ਾਹ ਨੇ ਬਾਣੀ 'ਚ ਦੱਸੀਆਂ। ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਧਨਵੰਤ, ਮਿਰਤ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜਿਸ ਤਰ੍ਹਾਂ ਮਿਰਤਕ ਦਾ ਜਿਹੜਾ ਸਰੀਰ ਹੈ ਉਹ ਕਰੂਪ ਹੋ ਜਾਂਦਾ, ਕਾਲਾ ਪੀਲਾ ਪੈ ਜਾਂਦਾ ਮਰਨ ਤੋਂ ਬਾਅਦ। ਤੇ ਜਿਹੜਾ ਮਨੁੱਖ ਪਰਮੇਸ਼ਰ ਨਾਲ ਪ੍ਰੀਤੀ ਨਹੀਂ ਕਰਦਾ, ਉਹ ਮਨੁੱਖ ਕਰੂਪ ਹੈ, ਸੋਹਣਾ ਨਹੀਂ ਹੈ। ਭਾਵੇਂ ਕਿ ਉਹ ਬੜਾ ਸੁੰਦਰ ਹੋਵੇ, ਬੜਾ ਅਮੀਰ ਹੋਵੇ, ਭਾਵੇਂ ਉੱਚੀ ਕੁਲ ਬ੍ਰਾਹਮਣ ਕੁਲ 'ਚ ਪੈਦਾ ਹੋਇਆ ਹੋਵੇ, ਤਾਂ ਵੀ ਪਰਮੇਸ਼ਰ ਨੇ ਉਹਨੂੰ ਚੰਗਾ ਨਹੀਂ ਮੰਨਿਆ। ਅਤ ਸੁੰਦਰ, ਜੇ ਰਾਵਣ ਦੀ ਗੱਲ ਕਰੀਏ, ਬ੍ਰਾਹਮਣ ਕੁਲ 'ਚੋਂ ਹੈ, ਸੋਹਣਾ ਬੜਾ ਸੀ, ਉੱਚੀ ਕੁਲ ਸੀ, ਚਲਾਕ ਬੜਾ ਸੀ, ਸਾਰੀਆਂ ਧਰਤੀਆਂ ਆਪਣੇ ਵਸ ਵਿੱਚ ਕਰ ਲਈਆਂ, ਔਰ ਚਾਰੇ ਵੇਦਾਂ ਦਾ ਵਕਤਾ ਸੀ, ਚਤੁਰਵੇਦੀ ਸੀ। ਚਾਰੇ ਵੇਦ ਵੀ ਮੂੰਹ ਜ਼ਬਾਨੀ ਕੰਠ ਕੀਤੇ ਹੋਏ ਸਨ।
पर पातशाह कहने मृतक कही है नानका, परमेश्वर नाल प्रीति ना होने करके यो मनुख एक लोथ दी न्याई है। जे प्रीत नहीं भगवंत, जे परमेश्वर दे नाल प्रीति नहीं, इस करके नानक बिन नावै करूप कसोहणी, नाम जपण तो बगैर साडी सुरत, साडी जीव आत्मा, साडा मन करूप है, सोहना नहीं है, कसोहना गंदा है। पर हर छोड़ी पधार, जिस तरह उस इस्त्री नूं जो थां थां भटकदी है, मालक भी फिर उहदा ख्याल नहीं करदा, छड़ दिंदा जा भटक। इसे तरह परमेश्वर भी उन्हां जीवां नूं फिर त्याग दिंदा है, बई अपने कीते कर्मां दे फल पाओ, जे साडी गल नहीं मननी। जिस तरह कोई मनुख अपनी उस बद चलन इस्त्री नूं त्याग दिंदा है, फिर वो पेकिਆਂ ਦੇ घर विच बैठी रोंदी है अपनियां गलतियां करके। किरत कर्म के बिछड़े कर कृपा मेलो राम, चार कोट दह दिस भरमे थके आए प्रभ की शाम। ते जिन्ना चिर गुरु के चरनां विच आउंदा नहीं, शरण विच आउंदा नहीं, शांति नहीं मिलनी। थके आए प्रभ की शाम, ते अगों गुरु कहना तेरे विच गुण की आ, क्योंकि गुणा वाले का सत्कार हुंदा है। ढेन दुध है ते बाहर ही किते ने आवे काम, गां कोले दुध का गुण है ते लोग उहदी सेवा करते हैं। जे वो दुध ना देवे ते फिर छड़ दिंदे, अगले जा पई आपदी कमा के खा। ये गुणा का ही गुरु प्यारिओ सारी कदर है। जे मनुख के अंदर गुण नहीं तो मालक भी उन्होंने त्याग दिंदा है। पर हर छोड़ी पतहार, पधार हुंदा पति, ऐसी इस्त्री नूं मालक भी त्याग दिंदा। महला तीजा फिर अगे गुरमुखां की गल करते हैं। पहले सलोक विच मनमुखां की गल कीती, दूजे सलोक विच गुरमुखां की गल करते हैं। महला तीजा शब्द रती सुहागणी, सतगुर कै भाए प्यार। जिहड़ियां जीव इस्त्रियां उस मालक नाल जुड़ियां उन्हां नूं सुहागणा कहंदे आ। संसारी तौर पर सुहागण शब्द नूं सारे जाणदे आ। जिहड़ियां इस्त्रियां अपने पति के हुक्म अंदर चलदियां, पति के नाल वसदियां, पति तो चोरी नहीं करदियां, पति नाल झूठ नहीं बोलदियां, उन्हां नूं पति भी प्यार करदा है। बिना मंगिया सब कुछ लिया के भी दिंदा है। ऐसा ही परमेश्वर का सुभाव है। जिहड़ियां नाम जपण वालियां रूहां, जिहड़ियां गुरमुख जीव इस्त्रियां शब्द दे रंग विच अपने आप नूं रंगदियां। एक मनमुख इस्त्री है, वो झूठे श्रृंगार करके अपने आप नूं रंगदी आ, पर वह मालक नूं चंगी नहीं लगती। एक सच बोलण वाली इस्त्री आ, वो कोई श्रृंगार ना करे, उहदा सादा जीवन भी बड़ा सोहना लगता है, चंगा लगता है। शब्द रती सुहागणी, सतगुर कै भाए प्यार। जिहड़ियां जीव इस्त्रियां अपने आप नूं गुरु के शब्द नाल रंग लैंदियां। लाल रंग तिसको लगा जिसकै बड़भागा, मैला कदे न होवे न लागै दागा। उन्हां दा वो रंग कदे भी मैला नहीं हुंदा, उसनूं कदे दाग नहीं लगदा। भाव वो मालक नाल इकमिक हो जांदियां। जिस तरह लहणा जी ने सतगुरु नानक देव जी की संगत की, ते जो सतगुरु नानक देव जी ने कहा उन्होंने सत ही कहा। गल विचार कर रहे सी कि बीबी भानी नूं गुरु अमरदास जी ने विआउण तो पहला 3 बचन सिखाए। भब्बा भला जी, पति जो कहे जी ठीक आ,
ਭੱਬਾ ਭਾਣਾ ਜੀ ਪਤੀ ਦੇ ਹੁਕਮ ਅੰਦਰ ਚੱਲਣਾ। ਤੇ ਤੀਸਰਾ ਹੈ ਜੇ ਕੋਈ ਗਲਤੀ ਹੋ ਗਈ ਤੇ ਉੱਥੇ ਇਹ ਕਹਿਣਾ ਕਿ ਜੀ ਭੁੱਲ ਗਈ, ਗੱਲ ਖਤਮ ਹੋ ਜਾਂਦੀ ਹੈ। ਜੇ ਇੱਕ ਜੁਦਾਈ ਕਰਦਾ ਨਾਲ ਦੂਜਾ ਬੋਲਦਾ, ਫਿਰ ਉਹ ਬੋਲਦਾ, ਫਿਰ ਉਹ ਬੋਲਦਾ, ਫਿਰ ਤਾਂ ਘਰੇ ਨਰਕ ਹੀ ਬਣ ਗਿਆ, ਲੜਾਈ ਵੱਧ ਗਈ। ਇਸ ਕਰਕੇ ਇਹ 3 ਬਚਨ ਸਾਡੇ ਸਾਰਿਆਂ ਵਾਸਤੇ ਆ, ਇਕੱਲੀਆਂ ਇਸਤਰੀਆਂ ਵਾਸਤੇ ਨਹੀਂ, ਮਨੁੱਖ ਵਾਸਤੇ ਵੀ ਆ। ਮਨੋ ਗੁਰੂ ਦਾ ਭਾਣਾ ਮੰਨੇ, ਗੁਰੂ ਜੋ ਕਰਦਾ ਉਹਨੂੰ ਚੰਗਾ ਕਰਕੇ ਮੰਨੇ, ਤੇ ਗੁਰੂ ਦੇ ਅੱਗੇ ਆਪਣੀਆਂ ਭੁੱਲਾਂ ਨੂੰ ਬਖਸ਼ਾਉਣ ਵਾਸਤੇ ਬੇਨਤੀ ਕਰੇ, ਕਹੋ ਸਤਿਨਾਮ ਸ੍ਰੀ। ਕਿਉਂਕਿ ਗੁਰਬਾਣੀ ਜਿਹੜੀ ਆ ਇਕੱਲੀ ਇਸਤਰੀ ਵਾਸਤੇ ਨਹੀਂ, ਇਹ ਸਾਰੇ ਮਨੁੱਖਾਂ ਵਾਸਤੇ ਵੀ ਹੈ। ਮਨੁੱਖਾਂ ਤੇ ਇਸਤਰੀਆਂ ਨੂੰ ਮਿਲਾ ਕੇ ਪਰਮੇਸ਼ਰ ਨੇ ਇਸਤਰੀ ਹੀ ਮੰਨੇ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਪੁਰਖ ਕੇਵਲ ਪਰਮੇਸ਼ਰ ਹੈ, ਬਾਕੀ ਸਭ ਇਸਤਰੀਆਂ ਹਾਂ। ਆਪਾਂ ਸਾਰੇ ਜੀਵ ਆਤਮਾਵਾਂ ਕਰਕੇ ਆਪਾਂ ਸਾਰੇ ਇਸਤਰੀ ਹਾਂ। ਭਾਵੇਂ ਕਿ ਸੰਸਾਰ ਨੂੰ ਭਰਿਆ ਰੱਖਣ ਵਾਸਤੇ ਪਰਮੇਸ਼ਰ ਨੇ ਨਰ ਮਾਦਾ ਦੇ ਜੋੜੇ ਬਣਾਏ ਆ, ਇਸਤਰੀ ਤੇ ਮਨੁੱਖ ਬਣਾਏ ਆ, ਪਰ ਅਸਲ ਵਿੱਚ ਇਹ ਜੀਵ ਆਤਮਾ ਇੱਕ ਇਸਤਰੀ ਹੈ। ਇਸ ਕਰਕੇ ਅੱਜ ਦੇ ਸ਼ਬਦਾਂ ਵਿੱਚ ਪਾਤਸ਼ਾਹ ਇਹਨੂੰ ਇਸਤਰੀ ਸ਼ਬਦਾਂ ਨਾਲ ਸੰਬੋਧਨ ਕਰਕੇ ਸਮਝਾਉਂਦੇ ਆ। ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਭਾਏ ਪਿਆਰ। ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਰੰਗਦੀਆਂ, ਭਾਵ ਢਾਲਦੀਆਂ, ਜਿਵੇਂ ਗੁਰੂ ਕਹਿੰਦਾ ਉਵੇਂ ਆਪਣੇ ਆਪ ਨੂੰ ਢਾਲ ਲੈਣਾ। ਬੜੀ ਸੋਹਣੀ ਗੱਲ ਦੱਸੀ ਬੇਬੇ ਨਾਨਕੀ ਜੀ ਨੇ। ਹੁਣ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਪਨ ਤੋਂ ਸੁਭਾਅ ਸੀ ਸਾਰਿਆਂ ਦਾ ਭਲਾ ਕਰਨਾ, ਤੇ ਜਿਸ ਵੇਲੇ ਉਹਨਾਂ ਦੀ ਸ਼ਾਦੀ ਹੋ ਗਈ ਤੇ ਮਾਤਾ ਸੁਲੱਖਣੀ ਜੀ ਵਿਆਹ ਕੇ ਆਏ, ਹੁਣ ਉਹਨਾਂ ਨੂੰ ਪਹਿਲਾਂ ਸੰਗਤ ਨਹੀਂ ਸੀ ਮਿਲੀ ਕਿਸੇ ਦੀ, ਇਸ ਕਰਕੇ ਉਹਨਾਂ ਦਾ ਸੁਭਾਅ ਸੀ ਕਿ ਮੇਰਾ ਪਤੀ ਆ ਔਰ ਜੋ ਕਮਾ ਕੇ ਲਿਆਵੇ ਉਹ ਘਰੇ ਲਿਆਵੇ। ਬਾਬੇ ਨਾਨਕ ਦਾ ਸੁਭਾਅ ਸੀ ਗਰੀਬਾਂ ਦੀ ਸੇਵਾ ਕਰਨੀ, ਵੰਡਣਾ, ਜ਼ਿਆਦਾਤਰ ਸਤਸੰਗ ਕਰਨੀ, ਸਾਧੂਆਂ ਨੂੰ ਮਿਲਣਾ। ਤਾਂ ਬੀਬੀ ਸੁਲੱਖਣੀ ਦੀ ਰੋਜ਼ਾਨਾ ਲੜਾਈ ਰਹਿਣ ਲੱਗੀ ਵੀ ਨਾ ਤਾਂ ਨਾਨਕ ਟਾਈਮ ਨਾਲ ਘਰੇ ਆਉਂਦਾ, ਮੋਦੀ ਖਾਨੇ ਤੇ ਬੈਠਾ ਰਹਿੰਦਾ, ਨਾ ਉਹ 4 ਪੈਸੇ ਘਰੇ ਲਿਆ ਕੇ ਦਿੰਦਾ। ਤੇ ਮਾਤਾ ਸੁਲੱਖਣੀ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਲੜਾਈ ਕਰਨੀ ਸ਼ੁਰੂ ਕੀਤੀ। ਗੁਰੂ ਨਾਨਕ ਦੇਵ ਜੀ ਚੁੱਪ ਰਹਿੰਦੇ ਆ, ਉਹ ਬੋਲੀ ਜਾਂਦੀ ਆ। ਔਖੀ ਹੋਈ ਨੇ ਸੁਨੇਹਾ ਭੇਜਤਾ ਪੇਕੇ, ਤੇ ਪੇਕਿਆਂ ਤੋਂ ਉਹਦੀ ਸੱਸ ਗੁਰੂ ਨਾਨਕ ਦੇਵ ਜੀ ਦੀ ਸੱਸ ਸੁਲੱਖਣੀ ਦੀ ਮਾਤਾ ਤੇ ਸੁਲੱਖਣੀ ਦਾ ਪਿਤਾ ਦੋਨੇ ਆ ਗਏ। ਦੋਨੇ ਜਿਸ ਵੇਲੇ ਆਏ ਤੇ ਸੁਲੱਖਣੀ ਨੂੰ ਮਿਲੇ ਤੇ ਸੁਲੱਖਣੀ ਗਲੇ ਲਾ ਕੇ ਉੱਚੀ ਉੱਚੀ ਰੋਣ ਲੱਗੀ। ਤੇ ਮਾਤਾ ਪਿਤਾ ਪੁੱਛਦੇ ਆ ਕੀ ਹੋ ਗਿਆ। ਉਹ ਹੁਣ ਸੰਸਾਰੀ ਹੈ ਤੇ ਗੁਰੂ ਨਾਨਕ ਦੇਵ ਜੀ ਨਿਰੰਕਾਰੀ ਆ। ਉਹ ਬੀਬੀ ਕਹਿੰਦੀ ਐਦੂ ਤਾਂ ਮੈਨੂੰ ਕਿਤੇ ਡੋਬ ਕੇ ਮਾਰ ਦਿੰਦੇ, ਮੈਨੂੰ ਇੱਥੇ ਕਿਉਂ ਵਿਆਹ ਤਾ, ਨਾ ਤਾਂ ਮੇਰੀ ਪਤੀ ਕੋਈ ਗੱਲ ਸੁਣਦਾ। ਉਹਨੂੰ ਆਪ ਦਾ ਹੁਕਮ ਚਲਾਉਣਾ ਚਾਹੁੰਦੀ ਹੈ, ਗੁਰੂ ਸਾਹਿਬ ਦਾ ਆਪਣਾ ਚੱਲਦਾ ਹੈ। ਐਦੂ ਤਾਂ ਮੈਨੂੰ ਕਿਤੇ ਡੋਬ ਕੇ ਮਾਰ ਦਿੰਦੇ, ਮੈਨੂੰ ਇੱਥੇ ਵਿਆਹ ਤਾਂ ਨਾ ਇਹ ਮੇਰੀ ਗੱਲ ਸੁਣਦਾ। ਜਿੰਨੀ ਕਮਾਈ ਆਉਂਦੀ ਹੈ ਦੁਕਾਨ 'ਤੇ ਸਾਰੀ ਲੋਕਾਂ ਨੂੰ ਵੰਡ ਦਿੰਦਾ। ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ ਸੀਗਾ। ਮਾਤਾ ਬੇਬੇ ਨਾਨਕੀ ਜੀ ਨੇ ਆਪਣੇ ਘਰ ਦੇ ਸਾਹਮਣੇ ਘਰ ਪਵਾ ਕੇ ਦਿੱਤਾ ਬਾਬੇ ਨਾਨਕ ਦਾ, ਔਰ ਆਪ ਖਿਆਲ ਰੱਖਦੀ ਸੀ ਪੂਰਾ। ਤੇ ਜਦੋਂ ਚੰਦੋ ਰਾਣੀ ਸੱਸ ਦਾ ਨਾਮ ਹੈ, ਜਦੋਂ ਚੰਦੋ ਰਾਣੀ ਨੇ ਆਉਣਾ ਤੇ ਆ ਕੇ ਬੇਬੇ ਨਾਨਕੀ ਨਾਲ ਲੜਨਾ ਵੀ ਤੂੰ ਆਪਣੇ ਭਰਾ ਨੂੰ ਸਮਝਾਉਂਦੀ ਕਿਉਂ ਨਹੀਂ। ਤੇ ਬੇਬੇ ਨਾਨਕੀ ਨੇ ਕਹਿਣਾ ਮਾਸੀ ਜੀ ਸਿਆਣੇ ਹੋ ਤੁਸੀਂ, ਸਮਝਾਵਾਂ ਤਾਂ ਜੇ ਕੋਈ ਉਹ ਨੁਕਸਾਨ ਕਰਦਾ ਹੋਵੇ, ਕੋਈ ਨਸ਼ਾ ਕਰਦਾ ਹੋਵੇ, ਕੋਈ ਮਾੜੇ ਰਾਹ ਚੱਲਿਆ ਹੋਵੇ, ਉਹ ਤਾਂ ਵਧੀਆ, ਲੋੜਵੰਦਾਂ ਦੀ ਮਦਦ ਕਰਦਾ, ਫਿਰ ਇਹਦੇ ਵਿੱਚ ਕੀ ਗਲਤੀ ਆ। ਆਪਦੀ ਕਮਾਈ ਦੇ ਵਿੱਚੋਂ ਦਾਨ ਪੁੰਨ ਕਰਦਾ, ਫਿਰ ਆਪਾਂ ਨੂੰ ਕੀ। ਕਹਿੰਦੇ ਨਹੀਂ ਉਹ ਘਰੇ ਨਹੀਂ ਆਉਂਦਾ। ਤਾਂ ਬੇਬੇ ਨਾਨਕੀ ਕਹਿੰਦੀ ਮਾਸੀ ਤੁਹਾਡੀ ਜਿਹੜੀ ਧੀ ਹੈ ਨਾ ਉਹ ਸੁੱਖਾਂ 'ਚ ਪਲੀ ਹੈ, ਸਾਨੂੰ ਪਤਾ। ਉਹਨੇ ਤੇਰੇ ਘਰ ਵਿੱਚ ਰਹਿ ਕੇ
ਆਪਦੀ ਮਨਮਰਜ਼ੀ ਕੀਤੀ ਆ। ਹੁਣ ਇੱਥੇ ਸਹੁਰਿਆਂ ਵਿੱਚ ਮਨਮਰਜ਼ੀ ਨਹੀਂ ਚੱਲਦੀ, ਇੱਥੇ ਤਾਂ ਪਤੀ ਦੇ ਅਨੁਸਾਰ ਚੱਲਣਾ ਪੈਂਦਾ। ਕੋ ਸਤਨਾਮ ਸ੍ਰੀ। ਤੂੰ ਆਏ ਕਰ ਜਾ ਕੇ ਨਾ ਆਪਣੀ ਬੇਟੀ ਨੂੰ ਸੁਲੱਖਣੀ ਨੂੰ ਸਮਝਾ ਦੇ ਬਈ ਤੂੰ ਨਾਨਕ ਦੇ ਮੁਤਾਬਕ ਚੱਲ ਪਾ। ਇੱਕ ਤਾਂ ਜਦੋਂ ਨਾਨਕ ਘਰੇ ਆਵੇ, ਇਹ ਮਹਾਂਪੁਰਖ ਪਿਆਰ ਦੇ ਭੁੱਖੇ ਹੁੰਦੇ ਆ। ਰੱਬ ਦੇ ਪਿਆਰਿਆਂ ਨੂੰ ਪ੍ਰੇਮ ਦੀ ਲੋੜ ਹੈ, ਪਿਆਰ ਦੀ ਲੋੜ ਹੈ, ਪਤੀ ਨੂੰ ਵੀ ਲੋੜ ਹੈ। ਇਸ ਕਰਕੇ ਸੁਲੱਖਣੀ ਨੂੰ ਕਹਿ ਕੇ ਜਦੋਂ ਨਾਨਕ ਘਰੇ ਆਵੇ ਨਾ, ਉਦੋਂ ਨੌਕਰ ਨਾ ਪਾਣੀ ਫੜਾਉਣ, ਆਪ ਉਹਨਾਂ ਨੂੰ ਪਾਣੀ ਫੜਾਵੇ, ਪੱਖਾ ਚੱਲੇ, ਸੇਵਾ ਕਰੇ। ਸੇਵਾ ਦੇ ਨਾਲ ਹੀ ਮਹਾਂਪੁਰਸ਼ ਤਰੁੱਠ ਜਾਂਦੇ ਹੈ, ਬਖਸ਼ਾਂ ਕਰ ਦਿੰਦੇ ਹੈ। ਤੇ ਫਿਰ ਜਾ ਕਰ ਕੇ ਮਾਤਾ ਸੁਲੱਖਣੀ ਨੇ ਇਹ ਆਪਣੀ ਮਾਂ ਦੇ ਕੋਲੋਂ ਗੱਲ ਸੁਣੀ। ਜਦ ਇਹ ਗੱਲ ਸੁਣੀ ਤੇ ਫਿਰ ਮਾਤਾ ਸੁਲੱਖਣੀ ਜੀ ਬਾਬੇ ਨਾਨਕ ਜੀ ਦੇ ਮੁਤਾਬਕ ਚੱਲਣਾ ਸ਼ੁਰੂ ਕੀਤਾ। ਹੁਣ ਬਾਬਾ ਨਾਨਕ ਮੋਦੀਖਾਨੇ ਤੇ ਬਣਦਾ ਸੀ, ਮਾਤਾ ਸੁਲੱਖਣੀ ਜੀ ਘਰੇ ਵੰਡਣ ਲੱਗੇ, ਇਹ ਵੀ ਦਾਨ ਪੁੰਨ ਕਰਨ ਲੱਗ ਪਏ। ਦੋਨਾਂ ਦੀ ਮੱਤ ਇੱਕ ਹੋ ਗਈ। ਕੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਉਹ ਜੀਵ ਇਸਤਰੀਆਂ, ਸੁਹਾਗਣੀਆਂ ਇਸਤਰੀਆਂ ਜਿਹੜੀਆਂ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਨਾਲ ਰੰਗ ਲੈਣਗੀਆਂ, ਸਤਿਗੁਰ ਕੈ ਭਾਏ ਪਿਆਰ, ਗੁਰੂ ਨਾਲ ਪਿਆਰ ਕਰਨਗੀਆਂ, ਉਹਨਾਂ ਦਾ ਪਰਮੇਸ਼ਰ ਨਾਲ ਪਿਆਰ ਪੈ ਜਾਵੇਗਾ। ਸਦਾ ਰਾਵੇ ਫਿਰ ਆਪਣਾ, ਫਿਰ ਆਪਣੇ ਮਾਲਕ ਦਾ ਆਨੰਦ ਮਾਣਨਗੀਆਂ, ਪਰਮੇਸ਼ਰ ਦਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਕੇਵਲ ਮਨੁੱਖਾਂ ਨੂੰ ਨਹੀਂ ਕਿਹਾ, ਇਸਤਰੀ ਨੂੰ ਆਪਣੇ ਘਰ ਵਿੱਚ ਕਿਹਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਇਸ ਬਾਣੀ ਦੇ ਅਰਥਾਂ ਨੇ ਸਾਡਾ ਲੋਕ ਸੁਖੀਆ ਤੇ ਪਰਲੋਕ ਵੀ ਸੁਹੇਲਾ ਕਰਨਾ ਹੈ। ਦੋਨੇ ਲੋਕਾਂ ਨੂੰ, ਸਾਡਿਆਂ ਨੂੰ ਸੁਖੀ ਕਰਨਾ ਹੈ। ਬਾਣੀ ਇਸ ਢੰਗ ਨਾਲ ਲਿਖੀ ਗਈ ਹੈ। ਸਦਾ ਰਾਵੇ ਫਿਰ ਆਪਣਾ ਸੱਚਾ ਪ੍ਰੇਮ ਪਿਆਰ। ਜਿਹੜੀ ਜੀਵ ਇਸਤਰੀ, ਜਿਹੜੀ ਜੀਵ ਆਤਮਾ ਆਪਣੇ ਮਾਲਕ ਦੇ ਨਾਲ ਸੱਚਾ ਪਿਆਰ ਕਰਦੀ ਆ, ਉਹਦੇ ਨਾਲ ਝੂਠ ਨਹੀਂ ਬੋਲਦੀ, ਉਸ ਤੋਂ ਗੋਝੀ ਨਹੀਂ ਰੱਖਦੀ, ਉਹਦੇ ਸਾਹਮਣੇ ਖੁੱਲੀ ਕਿਤਾਬ ਦੀ ਤਰ੍ਹਾਂ ਸਪਸ਼ਟ ਹੈ, ਕੋਈ ਫਰਕ ਨਹੀਂ ਰੱਖਦੀ, ਫਿਰ ਉਹਨਾਂ ਵਿੱਚ ਕਿਵੇਂ ਲੜਾਈ ਹੋ ਸਕਦੀ ਹੈ? ਦੋਨਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਇਮਾਨਦਾਰ ਹੋਵੇ ਤੇ ਗੱਲ ਬਣ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਸਿੱਖ ਨੂੰ ਜਦੋਂ ਗੁਰੂ ਤੇ ਭਰੋਸਾ ਹੋਵੇ ਤੇ ਗੁਰੂ ਨਾਲ ਇਮਾਨਦਾਰੀ ਵੀ ਵਰਤੇ। ਜੋ ਡਿਊਟੀਆਂ ਗੁਰੂ ਲਾਉਂਦਾ ਉਸ ਨੂੰ ਇਮਾਨਦਾਰੀ ਨਾਲ ਪੂਰਾ ਕਰੇ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਕੀ ਹੋਵੇਗਾ? ਸ਼ਬਦ ਰਤੀ ਸੁਹਾਗਣੀ, ਸਤਿਗੁਰ ਕੈ ਭਾਏ ਪਿਆਰ, ਸਦਾ ਰਾਵੇ ਫਿਰ ਆਪਣਾ। ਰਾਵਣਾ ਹੁੰਦਾ ਮਾਨਣਾ, ਉਹ ਹਮੇਸ਼ਾ ਆਪਣੇ ਮਾਲਕ ਦਾ ਆਨੰਦ ਮਾਣਦੀ ਹੈ। ਸੱਚਾ ਪ੍ਰੇਮ ਪਿਆਰ, ਅੱਧ ਸਵਾਲਿਓ ਸੁੰਦਰੀ, ਉਹ ਜੀਵ ਇਸਤਰੀ ਸੋਹਣੀ ਲੱਗਦੀ ਹੈ। ਰੰਗ ਨੂੰ ਕਰਕੇ ਸੋਹਣਾ ਨਹੀਂ, ਕੋਈ ਗੋਰੇ ਕਰਕੇ ਵੀ ਗੋਰਾ ਰੰਗ ਹੈ ਤਾਂ ਕਰਕੇ ਸੋਹਣਾ ਹੈ, ਕਾਲਾ ਰੰਗ ਕਰਕੇ ਸੋਹਣਾ ਨਹੀਂ। ਇੱਥੇ ਰਵਿਦਾਸ ਭਗਤ ਵੀ ਸੋਹਣਾ ਲੱਗਦਾ ਹੈ। ਦੁਨਿਆਵੀ ਤੌਰ ਤੇ ਲੋਕ ਕਹਿੰਦੇ ਆ ਕਿ ਚਮਿਆਰਾਂ ਦੇ ਘਰੇ, ਨੀਚਾਂ ਦੇ ਘਰੇ ਪੈਦਾ ਹੋਇਆ ਹੈ, ਪਰ ਜਦ ਪਰਮੇਸ਼ਰ ਦੇ ਨਾਲ ਉਹਨਾਂ ਦਾ ਪਿਆਰ ਪਿਆ ਤੇ ਪਰਮੇਸ਼ਰ ਤੇ ਰਵਿਦਾਸ ਜੀ ਇੱਕਮਿਕ ਹੋ ਗਏ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਐਸਾ ਮਾਨ ਹੋ ਗਿਆ ਭਗਤ ਜੀ ਨੂੰ ਪਰਮੇਸ਼ਰ ਤੇ ਮਾਲਕ ਤੇ। ਕਾਨਕ ਕਾਟਕ ਜਲ ਤਰੰਗ ਜੈਸਾ, ਤੇਰੇ 'ਚ ਤੇ ਮੇਰੇ 'ਚ ਹੁਣ ਕੋਈ ਫਰਕ ਨਹੀਂ ਰਿਹਾ। ਬਸ ਇੰਨਾ ਹੀ ਫਰਕ ਹੈ ਵੀ ਮੈਂ ਹਜੇ ਗਹਿਣਾ ਹਾਂ, ਤੂੰ ਸੋਨੇ ਦਾ ਸ਼ੁੱਧ ਡਲਾ ਹੈ। ਸੋਨੇ ਦੀ ਡਲੀ ਹੋਵੇ ਜੇ ਤਾਂ ਉਹਨੂੰ ਆਪਾਂ ਸੋਨਾ ਕਹਿੰਦੇ ਆ। ਜੇ ਡਲੀ ਤੋਂ ਹਾਰ ਬਣਾ ਦਈਏ, ਗਹਿਣਾ ਬਣਾ ਦਈਏ, ਫਿਰ ਦੁਨੀਆ ਗਹਿਣਾ ਕਹਿੰਦੀ ਆ, ਸੋਨਾ ਘੱਟ ਕਹਿੰਦੀ ਆ। ਇਹ ਕੁੜੀ ਦਾ ਹਾਰ ਹੈ, ਇਹ ਮੁੰਡੇ ਦੀ ਛਾਪ ਹੈ। ਇਸੇ ਕਰਕੇ ਜਿੰਨਾ ਚਿਰ ਸਰੀਰ ਵਿੱਚ ਹਾਂ ਉਹਨਾਂ ਚਿਰ ਸਾਡੇ ਨਾਮ ਹਨ, ਪਰ ਜਦੋਂ ਅਸੀਂ ਪਰਮੇਸ਼ਰ ਨਾਲ ਇੱਕਮਿਕ ਹੋ ਗਏ ਫਿਰ ਸਾਡੇ ਵੀ ਨਾਮ ਖਤਮ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਪ੍ਰੀਤਮ ਜੀ ਕਹਿੰਦੇ ਉਹ ਜੀਵ ਇਸਤਰੀ, ਉਹ ਜੀਵ ਆਤਮਾ, ਅੱਤ ਸਵਾਲਿਓ ਸੁੰਦਰੀ, ਉਹ ਬੜੀ ਸੁੰਦਰ ਹੈ, ਬੜੀ ਸੋਹਣੀ ਹੈ, ਬੜੀ ਸਿਆਣੀ ਹੈ। ਸ਼ੋਭਾ ਬੰਤੀ ਨਾਰ, ਉਸ ਨੂੰ ਸ਼ੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ, ਇੱਥੇ ਵੀ ਤੇ ਉੱਥੇ ਵੀ। ਅੱਤ ਸਵਾਲਿਓ ਸਲਾਹੁਣ ਯੋਗ ਹੈ,
ਆਂਢ ਗੁਆਂਢ ਦੀਆਂ ਬੀਬੀਆਂ ਵੀ ਐਸੀ ਬੱਚੀ ਨੂੰ ਸਲਾਹੁੰਦੀਆਂ, ਫਲਾਨਿਆਂ ਦੀ ਲੜਕੀ ਬੜੀ, ਜਿਹੜੀ ਉਹਨਾਂ ਨੇ ਬਹੂ ਵਿਆਹ ਕੇ ਆਈ ਆ, ਬੜੀ ਸਚਿਆਰੀ ਆ, ਸਾਰੇ ਕੰਮ ਹੀ ਜਾਣਦੀ ਆ। ਕਿਉਂਕਿ ਇਹ ਬਜ਼ੁਰਗ ਮਾਈਆਂ ਭਾਂਪ ਲੈਂਦੀਆਂ ਜੀਵਨ ਤੋਂ ਵੀ ਇਹ ਬੱਚੀ ਨੇ ਆਪਣੀ ਮਾਂ ਕੋਲੇ ਸਾਰੇ ਕੰਮ ਸਿੱਖ ਕੇ ਆਈ ਆ। ਤੇ ਜਿਹੜੀਆਂ ਨਹੀਂ ਸਿੱਖ ਕੇ ਜਾਂਦੀਆਂ ਉਹਨਾਂ ਨੂੰ ਆਏ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਹੀ ਜਿਹੜੇ ਜੀਵ ਆਪਾਂ ਇਸਤਰੀਆਂ, ਜਿਹੜੇ ਜੀਵ ਗੁਰੂ ਮਾਂ ਦੇ ਕੋਲੋਂ ਨਾਮ ਜਪਣਾ ਸਿੱਖ ਲੈਣਗੇ ਉਹ ਪਰਮੇਸ਼ਰ ਨੂੰ ਚੰਗੇ ਲੱਗਣਗੇ। ਕਹੋ ਸਤਨਾਮ ਸ੍ਰੀ। ਇਹ ਤਾਂ ਉਦਾਹਰਨ ਹੈ, ਬਾਕੀ ਸਾਰੀਆਂ ਸੰਸਾਰੀ ਗੱਲ ਤਾਂ ਹੈ ਕਿ ਸਾਡਾ ਮਨ ਦਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਪਰਮੇਸ਼ਰ ਦੇ ਨਾਮ ਜਪਣ ਨੂੰ ਸਿੱਖਣਾ। ਕਿਵੇਂ ਜਪਣਾ? ਗੁਰੂ ਤੋਂ ਦੀਕਸ਼ਾ ਲੈਣੀ, ਗੁਰੂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਫਿਰ ਉਹ ਨਾਮ ਜਪਣਾ। ਤੇ ਜਿਹੜੀਆਂ ਰੂਹਾਂ ਇੱਥੋਂ ਨਾਮ ਜਪਦੀਆਂ ਜਾਣਗੀਆਂ ਉਹਨਾਂ ਦੇ ਬਾਰੇ ਫਿਰ ਕੀ ਲਿਖਿਆ ਪ੍ਰੀਤਮ ਨੇ ਬਾਣੀ 'ਚ? ਰੇ ਰੇ ਦਰਗਹਿ ਕਹੈ ਨਾ ਕਹੂ। ਉਹਨਾਂ ਦਰਗਾਹ ਵਿੱਚ ਕੋਈ ਐ ਨਹੀਂ ਪੁੱਛੂਗਾ, ਓਏ ਤੂੰ ਕਿੱਧਰ ਚੱਲਿਆ? ਰੇ ਰੇ ਦਰਗਹਿ ਕਹੈ ਨਾ ਕਹੂ, ਆਓ ਬੈਠ ਆਦਰ ਸੁਭ ਦੇਊ। ਉਹਨਾਂ ਨੂੰ ਉੱਥੇ ਸਤਿਕਾਰ ਮਿਲੇਗਾ। ਧਰਮਰਾਜ ਵੀ ਹੱਥ ਬੰਨ੍ਹ ਕੇ ਨਮਸਕਾਰ ਕਰੇਗਾ। ਧਰਮ ਰਾਏ ਐਸੇ ਚਵੈ ਕੀਤੋ ਭਵਨ ਪਨੀਤ। ਪਰ ਉਹਨਾਂ ਦਾ ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕੀਤਾ। ਕਹੋ ਸਤਨਾਮ ਸਿੰਘ। ਉਹਨਾਂ ਦਾ ਦੁਨੀਆ ਸਤਿਕਾਰ ਕਰਦੀ ਆ ਜਿਹੜੇ ਗੁਰੂ ਵਾਲੇ ਬਣ ਕੇ ਨਾਮ ਜਪਦੇ ਆ। ਪ੍ਰੀਤਮ ਜੀ ਕਹਿੰਦੇ ਉਹ ਜੀਵ ਇਸਤਰੀ ਬੜੀ ਸੁੰਦਰ ਹੈ, ਸਲਾਹੁਣ ਯੋਗ ਹੈ, ਸ਼ੋਭਾਵੰਤੀ। ਉਹਦੀ ਦੁਨੀਆ ਵਿੱਚ ਸ਼ੋਭਾ ਹੁੰਦੀ ਹੈ। ਨਾਨਕ ਨਾਮ ਸੁਹਾਗਣੀ। ਤੋ ਪਰਮੇਸ਼ਰ ਦੇ ਨਾਮ ਨਾਲ ਜੁੜੀਆਂ ਹੋਈਆਂ ਜੀਵ ਇਸਤਰੀਆਂ ਸੁਹਾਗਣਾ, ਮੇਲੀ ਮੇਲਣਹਾਰ। ਪਰਮੇਸ਼ਰ ਨੇ ਆਪਦੇ ਵਿੱਚ ਮਿਲਾ ਲਿਆ, ਉਹਨੂੰ ਆਪਦੀ ਬਣਾ ਲਿਆ। ਉਹਦਾ ਜੰਮਣਾ ਮਰਨਾ ਖਤਮ ਹੋ ਗਿਆ ਤੇ ਮਨਮੁਖਾਂ ਨੂੰ ਕਹਿੰਦੇ ਜਾਓ ਫਿਰ। ਜਿਵੇਂ ਕੋਈ ਪਰ ਹਰ ਛੋਟੀ ਪਧਾਰ, ਜਿਵੇਂ ਕੋਈ ਪਤੀ ਆਪਣੀ ਬਦਚਲਨ ਇਸਤਰੀ ਨੂੰ ਜਿਹੜੀ ਮੂੰਹ ਦੇ ਜ਼ੋਰ ਬੋਲਦੀ ਆ, ਅੱਗੇ ਬੋਲਦੀ ਆ, ਗੱਲ ਨਹੀਂ ਸੁਣਦੀ, ਝੂਠ ਬੋਲਦੀ ਆ, ਮਨਮਰਜ਼ੀ ਕਰਦੀ ਆ, ਉਹਨੂੰ ਫਿਰ ਉਹ ਤਿਆਗ ਦਿੰਦਾ ਤੇ ਫਿਰ ਉਹ ਕਹਿੰਦਾ ਜਾ ਤੂੰ ਪੇਕਿਆਂ ਵਿੱਚ ਹੀ ਜਾ। ਤੇ ਧਰਤੀ ਪੇਕੇ ਹੈ, ਪਰਮੇਸ਼ਰ ਸਾਨੂੰ ਫਿਰ ਇੱਥੇ ਭੇਜਦਾ, ਜਾਓ ਕਹਿੰਦੇ ਟੇਢੀਆਂ ਜੂਨਾਂ ਵਿੱਚ ਵਰਤੋ ਹੁਣ। ਫਿਰ ਉਹ ਜੀਵ ਆਤਮਾਵਾਂ ਟੇਢੀਆਂ ਜੂਨਾਂ ਵਿੱਚ ਭਟਕਦੀਆਂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਉਹ ਫਿਰ ਟੇਢੀਆਂ ਜੂਨਾਂ ਵਿੱਚ ਭਟਕਦੀਆਂ। ਗੁਰਮੁਖ ਇਸਤਰੀਆਂ ਮਾਲਕ ਦੇ ਘਰੇ ਵਸਦੀਆਂ। ਨਾਨਕ ਨਾਮ ਸੁਹਾਗਣੀ, ਮੇਲੀ ਮੇਲਣਹਾਰ। ਪੌੜੀ ਫਿਰ ਚੌਥੇ ਪਾਤਸ਼ਾਹ ਜੀ ਪੌੜੀ ਰਾਹੀਂ ਸਮਝਾਉਂਦੇ ਨੇ, ਹਰ ਤੇਰੀ ਸਭ ਕਰੇ ਉਸਤਤ, ਜਿਨ ਫਾਥੇ ਕਾਢਿਆ। ਹੈ ਮਾਲਕਾ ਕਿਰਪਾ ਕਰ, ਇਹਨਾਂ ਫਸੇ ਹੋਏ ਜੀਵਾਂ ਨੂੰ ਕੱਢ ਲੈ। ਇਹ ਵਾਕਿਆ ਹੀ ਕਾਲ ਦੇ ਚੱਕਰ ਵਿੱਚ ਪਏ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ, ਇਹ ਤੇਰੀ ਸਿਫਤ ਕਰਨਗੇ, ਤੂੰ ਇਹਨਾਂ ਨੂੰ ਇੱਥੋਂ ਕੱਢ ਲੈ। ਜਿਵੇਂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ 'ਚੋਂ ਜੀਵਾਂ ਨੂੰ ਕੱਢਿਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਗੁਰੂ ਪਿਆਰਿਓ ਭਾਈ ਜੋਗਾ ਜੀ ਦੀ ਗੱਲ ਉਹ ਫਸ ਗਏ ਸੀ ਨਾ, ਭਾਈ ਜੋਗਾ ਜੀ ਫਸ ਗਏ। ਹੋਇਆ ਕਿ ਬਚਪਨ ਵਿੱਚ ਉਹਨਾਂ ਦਾ ਮਾਤਾ ਪਿਤਾ ਭਾਈ ਜੋਗਾ ਜੀ ਨੂੰ ਗੁਰੂ ਸਾਹਿਬ ਕੋਲੇ ਛੱਡ ਗਏ। ਤੇ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਪੁੱਛਿਆ ਬੱਚੇ ਨੂੰ ਬਚਪਨ ਵਿੱਚ, ਪੁੱਤ ਕੀ ਨਾਮ ਹੈ ਤੇਰਾ? ਕਹਿੰਦਾ ਜੀ ਜੋਗਾ। ਕਿਹਦੇ ਜੋਗਾ? ਕਹਿੰਦਾ ਜੀ ਸੋਡੇ ਜੋਗਾ। ਤੇ ਗੁਰੂ ਸਾਹਿਬ ਜੀ ਪਿਆਰ 'ਚ ਕਹਿੰਦੇ ਚੰਗਾ ਫਿਰ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ। ਇਹ ਬਚਨ ਹੋਏ ਪਿਆਰ 'ਚ। ਹੁਣ ਕੀ ਹੋਇਆ, ਸਮਾਂ ਬੀਤਦਾ ਗਿਆ ਤੇ ਭਾਈ ਜੋਗਾ ਜੀ 20-22 ਸਾਲ ਦੇ ਹੋ ਗਏ ਤੇ ਪਰਿਵਾਰ ਨੇ ਸੋਚਿਆ ਵੀ ਬੱਚੇ ਦੀ ਸ਼ਾਦੀ ਕਰ ਦਈਏ। ਤੇ ਸ਼ਾਦੀ ਕਰਨ ਵਾਸਤੇ ਲੈਣ ਆ ਗਏ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਲੈ ਜਾਓ ਭਾਈ। ਉਹ ਕਹਿੰਦੇ ਸੀ ਸ਼ਾਦੀ ਕਰਕੇ ਦੋਨਾਂ ਨੂੰ ਫਿਰ ਇੱਥੇ ਭੇਜ ਦਿਆਂਗੇ ਸੇਵਾ 'ਚ। ਕਹਿੰਦੇ ਠੀਕ ਹੈ ਲੈ ਜਾਓ। ਉਹਨੂੰ ਤਾਂ ਤੋੜ ਦਿੱਤਾ ਭਾਈ ਜੋਗੇ ਨੂੰ। ਤੇ ਪਾਤਸ਼ਾਹ ਜੀ ਨੇ ਫਿਰ ਸਾਨੂੰ ਇੱਕ ਸਿੱਖਿਆ ਦੇਣ ਵਾਸਤੇ ਇੱਕ ਜੁਗਤ ਵਰਤੀ, ਇੱਕ ਸਿੱਖ ਦੀ ਡਿਊਟੀ ਲਾਈ ਵੀ ਸਿੱਖਾਂ ਐਂ ਕਰ ਤੂੰ ਇਹ ਜੋਗੇ ਦੇ ਪਿੰਡ ਵਗ ਜਾ ਮਗਰੇ ਹੀ, ਪਰ ਜੋਗੇ ਦੇ ਸਾਹਮਣੇ ਨਾ ਜਾਈ, ਪਾਸੇ ਪਾਸੇ ਰਹੀਂ। ਜਦ ਬਰਾਤ ਗਈ ਤੇ ਬਰਾਤ ਦੇ ਨਾਲ ਵੀ ਚਲਿਆ ਜਾਈ ਕਿਸੇ ਤਰ੍ਹਾਂ।
ਤੇ ਜਿਸ ਵੇਲੇ ਦੀਆਂ ਲਾਵਾਂ ਹੋਣ ਲੱਗੀਆਂ ਨਾ, ਤੇ ਜਦੋਂ ਦੋ ਲਾਵਾਂ ਹੋ ਜਾਣ, ਦੋ ਰਹਿੰਦੀਆਂ ਹੋਣ, ਤੇ ਆ ਸਾਡੀ ਚਿੱਠੀ ਖੋਲ ਕੇ ਤੇ ਦੀਆਂ ਅੱਖਾਂ ਦੇ ਸਾਹਮਣੇ ਕਰਦੀ। ਕਹਿਣ ਲੱਗਿਆ ਜੀ ਠੀਕ ਆ। ਤੇ ਉਹ ਸਿੱਖ ਗਿਆ, ਮਗਰੇ ਬਰਾਤ ਵਿੱਚ ਵੀ ਪਹੁੰਚ ਗਿਆ। ਜਿਵੇਂ ਕਿਵੇਂ ਜਦ ਦੋ ਲਾਵਾਂ ਹੋਈਆਂ, ਸਿੱਖ ਨੇ ਉੱਠ ਕੇ ਉਹ ਚਿੱਠੀ ਸਾਹਮਣੇ ਕਰਤੀ। ਚਿੱਠੀ ਤੇ ਲਿਖਿਆ, ਜੋਗਾ ਸਿਆਂ ਜਿੱਥੇ ਬੈਠਾ ਜੋ ਕਰਦਾ ਛੱਡ ਕੇ ਹੁਣੇ ਆ ਜਾ। ਭਾਈ ਜੋਗਾ ਜੀ ਛੱਡ ਕੇ ਪੱਲਾ ਜੋ ਲੜਕੀ ਨੇ ਫੜਿਆ ਹੁੰਦਾ ਉਹਨੂੰ ਛੱਡ ਕੇ ਖੜਾ ਹੋ ਗਿਆ। ਸਾਰਿਆਂ 'ਚ ਰੌਲਾ ਪੈ ਗਿਆ, ਕੀ ਹੋ ਗਿਆ, ਕੀ ਹੋ ਗਿਆ? ਜੋਗਾ ਕਹਿੰਦਾ, ਮੈਨੂੰ ਹੁਕਮ ਆਇਆ, ਮਹਾਰਾਜ ਨੇ ਸੱਦਿਆ, ਮੈਂ ਜਲਦੀ ਪਹੁੰਚਣਾ ਉੱਥੇ। ਪਰਿਵਾਰ ਤੇ ਬਰਾਤੀ ਤੇ ਮੇਲ ਗੇਲ ਕਹਿੰਦੇ ਵੀ ਇੱਕ ਦੋ ਲਾਵਾਂ ਰਹਿ ਗਈਆਂ, ਉਹ ਲੈ ਲਾ ਫਿਰ ਜਾ ਬਣੀ। ਕਹਿੰਦੇ ਨਾ, ਮੈਂ ਹੁਣੇ ਹੀ ਜਾਣਾ, ਚਿੱਠੀ ਦੀ ਲਿਖਿਆ, ਤੁਰੰਤ ਆ ਜਾ। ਬੜਾ ਜ਼ੋਰ ਲਾਇਆ, ਨਾ ਉਹਨੇ ਦੋ ਲਾਵਾਂ ਲਈਆਂ। ਕਹਿੰਦਾ ਪਰਨੇ ਨਾਲ ਦੇ ਦਿਓ, ਮੈਨੂੰ ਜਾਣ ਦਿਓ। ਘੋੜੀ ਖੋਲੀ ਤੇ ਭਜਾ ਲਈ ਹੁਸ਼ਿਆਰਪੁਰ ਤੋਂ। ਤਾਂ ਗੁਰੂ ਪਿਆਰਿਓ, ਜਦੋਂ ਇਹ ਚੱਲਦਾ ਚੱਲਦਾ ਅੱਗੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਆਇਆ, ਤੇ ਸ਼ਹਿਰ ਦੀ ਗਲੀ 'ਚੋਂ ਲੰਘਣ ਲੱਗਿਆ, ਤੇ ਲੰਘਦਾ ਹੋਇਆ ਤੇ ਇੱਥੇ ਰਾਤ ਪਈ ਆ ਉਹਨੂੰ। ਤੇ ਰਾਤ ਕੱਟਣ ਵਾਸਤੇ ਇੱਕ ਸਰਾਂ 'ਚ ਗਿਆ, ਤੇ ਸਰਾਂ ਦੇ ਵਿੱਚ ਰਾਤ ਕੱਟੀ। ਉੱਥੇ ਘੋੜੀ ਬੰਨੀ, ਇਹਨੇ ਆਪਣਾ ਸਮਾਨ ਰੱਖਿਆ। ਸ਼ਾਮਾਂ ਨੂੰ ਪ੍ਰਸ਼ਾਦਾ ਛਕ ਕੇ ਬਾਜ਼ਾਰ ਵੇਖਣ ਚਲਿਆ ਗਿਆ। ਟਹਿਲਦਾ ਟਹਿਲਦਾ ਬਾਜ਼ਾਰ ਦੀ ਕੋਸ ਗਲੀ 'ਚ ਵੜ ਗਿਆ ਜਿੱਥੇ ਬੇਸਵਾਵਾਂ ਸਨ। ਬਸ ਫਿਰ ਉਹਨਾਂ ਦੇ ਢਹੇ ਚੜ੍ਹ ਗਿਆ, ਮਨ ਵਿਚਲ ਗਿਆ। ਜਿਹੜਾ ਲਾਵਾਂ ਵਿਚਾਲੇ ਛੱਡ ਕੇ ਭੱਜਿਆ ਸੀ ਛੇਤੀ ਜਾਣਾ, ਉਹ ਰਾਤ ਨੂੰ ਉੱਥੇ ਫਸ ਗਿਆ। ਕੋਈ ਸਤਨਾਮ ਸੀ। ਬੇਸਵਾ ਦੇ ਕੋਠੇ ਵੱਲ ਤੁਰ ਪਿਆ ਅੱਧੀ ਰਾਤ ਨੂੰ ਉੱਠ ਕੇ। ਜਾਂ ਅੱਗੇ ਗਿਆ ਤਾਂ ਕੀ ਵੇਖਦਾ, ਇੱਕ ਪਹਿਰੇਦਾਰ ਖੜਾ ਹੈ। ਜਦ ਟੱਪਣ ਲੱਗਿਆ, ਪਹਿਰੇਦਾਰ ਕਹਿੰਦਾ, ਤੂੰ ਕਿੱਧਰ ਚੱਲਿਆ? ਕਹਿੰਦਾ, ਮੈਂ ਉੱਪਰ ਚੱਲਿਆ। ਉਹ ਤੂੰ ਪਿੱਛੇ ਹਟ, ਚੱਲ ਕਰੇ ਆਪਦੇ, ਤੂੰ ਨਹੀਂ ਜਾ ਸਕਦਾ। ਮੁੜ ਗਿਆ, ਪਰ ਮਨ ਬੇਈਮਾਨ ਹੈ, ਕਿੱਥੇ ਰੁਕੇ। ਘੰਟੇ ਦੋ ਘੰਟਿਆਂ ਬਾਅਦ ਫਿਰ ਤੁਰ ਪਿਆ। ਪਹਿਰੇਦਾਰ ਫਿਰ ਖੜਾ ਹੈ, ਉਹਨੇ ਫਿਰ ਮੋੜਤਾ। ਤੜਕੇ 3-4 ਵਜੇ ਫਿਰ ਤੁਰ ਪਿਆ। ਪਹਿਰੇਦਾਰ ਕਹਿੰਦਾ, ਯਾਰ ਤੇਰੇ ਪੱਗ ਬੰਨੀ ਹੈ, ਮੈਨੂੰ ਲੱਗਦਾ ਤੂੰ ਸਿੱਖ ਹੁੰਦਾ, ਜਿਵੇਂ ਇਸ ਵੇਲੇ ਸਿੱਖ ਬਾਣੀ ਪੜ੍ਹਿਆ ਕਰਦੇ ਆ। ਜਦੋਂ ਉਹਨੇ ਇੰਨੀ ਗੱਲ ਕਹੀ ਤੇ ਇਹਦਾ ਦਿਮਾਗ ਘੁੰਮਿਆ, ਕਿਉਂਕਿ ਅੰਦਰਲੇ ਚੋਰ ਵੀ ਭੱਜ ਗਏ। ਉਹਨੂੰ ਪਤਾ ਲੱਗਿਆ ਵੀ ਸਾਡਾ ਭੇਤ ਖੁੱਲੂਗਾ ਹੁਣ। ਜਿਹੜੇ 5 ਚੋਰ ਹੈ ਸਾਡੇ ਅੰਦਰ, ਕਾਮ ਕ੍ਰੋਧ ਮੋਹ ਹੰਕਾਰ, ਫਿਰ ਉਹ ਭੱਜ ਜਾਂਦੇ ਆ ਜਦੋਂ ਬੰਦੇ ਨੂੰ ਗਿਆਨ ਹੋ ਜੇ ਵੀ ਸਾਡਾ ਭੇਤ ਖੁੱਲ੍ਹ ਗਿਆ। ਉਹ ਭੱਜ ਗਏ, ਦਿਮਾਗ ਸੈੱਟ ਹੋ ਗਿਆ। ਕਹਿੰਦੇ, ਉਹ ਜੋਗੇ ਆਹ ਕੀ ਕਰਨ ਲੱਗਿਆ ਸੀ ਤੂੰ? ਕੱਲ੍ਹ ਲਾਵਾਂ ਲੈਂਦਾ ਲੈਂਦਾ ਘਰ ਵਾਲੀ ਨੂੰ ਵਿਚਾਲੇ ਛੱਡ ਕੇ ਆ ਗਿਆ, ਗੁਰੂ ਨੇ ਸੱਦਿਆ, ਆਹ ਕਿੱਧਰ ਚੱਲਿਆ ਸੀਗਾ? ਪਛੇਮਾਨ ਹੋਇਆ ਮਨ, ਵਾਪਸ ਸਰਾਂ 'ਚ ਆ ਗਿਆ। ਸਰਾਂ 'ਚੋਂ ਸਮਾਨ ਸੰਭਾਲਿਆ, ਘੋੜੀ ਖੋਲੀ ਤੇ ਚੱਲ ਪਿਆ। ਘੋੜੀ ਭਜਾ ਕੇ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ। ਜਦੋਂ ਦਰਬਾਰ ਸਾਹਿਬ 'ਚ ਗਿਆ, ਕੀ ਵੇਖਦਾ, ਸਿੱਖ ਸੰਗਤਾਂ ਵੇਖ ਰਹੀਆਂ, ਇਹ ਵੀ ਸਾਹਮਣੇ ਪਹੁੰਚ ਗਿਆ। ਤੇ ਸਤਿਗੁਰੂ ਪਾਤਸ਼ਾਹ ਇੱਦਾਂ ਟੂਲੇ 'ਚ ਲੈ ਰਹੇ ਆ ਜਿਵੇਂ ਰਾਤ ਨੂੰ ਸੁੱਤੇ ਨਾ ਹੋਣ। ਤੇ ਸੰਗਤ ਕਹਿੰਦੀ, ਕੀ ਗੱਲ ਮਹਾਰਾਜ, ਰਾਤ ਨੀਂਦ ਨਹੀਂ ਆਈ? ਉਹ ਆਹੋ ਭਾਈ, ਆਹ ਜੋਗੇ ਨੇ ਰਾਤ ਸੌਣ ਹੀ ਨਹੀਂ ਦਿੱਤਾ, ਰਾਤ ਸਾਰੀ ਰਾਤ ਤੋਰੀ ਫਿਰਿਆ। ਤੇ ਜੋਗੇ ਨੂੰ ਪਤਾ ਲੱਗ ਗਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਹਾਂ ਭਾਈ ਜੋਗਿਆ, ਫਿਰ ਕਿਵੇਂ ਹੋਈ ਰਾਤ? ਬਸ ਫਿਰ ਤਾਂ ਰੋਣ ਲੱਗਿਆ ਤੇ ਪੈਰਾਂ 'ਚ ਡਿੱਗ ਪਿਆ। ਕਹਿਣ ਲੱਗਿਆ, ਜੀ ਬਖਸ਼ ਲਓ, ਮੈਂ ਤਾਂ ਬਹੁਤ ਗਲਤ ਰਸਤੇ ਪੈ ਗਿਆ ਸੀ, ਪਰ ਜਿਹਨੂੰ ਗੁਰੂ ਆਪਦੇ ਬਣਾ ਲੈਂਦਾ ਉਹਨੂੰ ਹੱਥ ਦੇ ਕੇ ਬਚਾ ਵੀ ਲੈਂਦਾ। ਅੱਜ ਉਹ ਨਰਕਾਂ 'ਚ ਪੈ ਜਾਣਾ ਸੀ, ਉਹਦੇ ਕੋਲੋਂ ਬਹੁਤ ਵੱਡਾ ਪਾਪ ਹੋ ਜਾਣਾ ਸੀ। ਸਿੱਖ ਨੂੰ ਹੁਕਮ ਨਹੀਂ ਹੈ ਲਾਵਾਂ ਲਈ ਵਾਲੀ ਇਸਤਰੀ ਤੋਂ ਬਗੈਰ ਕਿਧਰੇ ਗਲਤ ਜਾਣਾ। ਕੋ ਸਤਨਾਮ, ਇਹ ਵੱਡੀ ਕੁਰੈਤ ਹੈ। ਤਾਂ ਇਸ ਕਰਕੇ ਗੁਰੂ ਪਿਆਰਿਓ, ਭਾਈ ਜੋਗਾ ਰੋਂਦਾ ਜਾਰੋ ਜਾਰ, ਪਰ ਪਾਤਸ਼ਾਹ ਜੀ ਨੇ ਕਿਹਾ ਵੀ ਰੋਲਾ। ਕਾਫੀ ਚਿਰ ਰੋਇਆ, ਦਿਲ ਹੌਲਾ ਕੀਤਾ। ਜਿਹੜੇ ਮਾੜਾ ਖਿਆਲ ਅੰਦਰ ਆ ਗਿਆ ਸੀ ਉਹ ਰੋ ਰੋ ਕੇ ਧੋਤਾ। ਫਿਰ ਗੁਰੂ ਸਾਹਿਬ ਨੇ ਬਾਹੋਂ ਫੜਿਆ ਤੇ ਫਿਰ ਸਾਰੀ ਗੱਲ ਸੰਗਤ ਨੂੰ ਸੁਣਾਈ ਬਈ ਰਾਤ ਆਹ ਗੱਲ ਹੋ ਗਈ ਸੀ, ਇਸ ਕਰਕੇ ਸਾਨੂੰ ਰਾਤ ਉੱਥੇ ਪਹਿਰਾ ਦੇਣਾ ਪਿਆ।
ਪ੍ਰੀਤਮ ਜੀ ਪੌੜੀ ਵਿੱਚ ਇਹੀ ਕਹਿੰਦੇ ਆ, ਹਰ ਤੇਰੀ ਸਭ ਕਰੇ ਉਸਤਤ ਜਿਨ ਫਾਥੇ ਕੱਢਿਆ, ਫਸਦੇ ਫਸਦੇ ਜੋਗੇ ਨੂੰ ਬਚਾ ਲਿਆ। ਫਿਰ ਸਾਡਾ ਗੁਰੂ ਕਿੰਨਾ ਵੱਡਾ ਹੈ, ਕਹੋ ਸਤਨਾਮ ਸਿਫਤ ਕਰਨੀ ਬਣਦੀ ਆ। ਤਾਂ ਗੁਰੂ ਪਿਆਰਿਓ, ਤੇ ਜੋਗੇ ਨੂੰ ਕਹਿੰਦੇ ਜੋਗਿਆ ਤੇਰੇ ਨਾਲ ਵਚਨ ਹੋਇਆ ਸੀਗਾ, ਅਸੀਂ ਤਾਂ ਤੈਨੂੰ ਪਰਖਿਆ ਸੀਗਾ। ਕਿਉਂਕਿ ਜਦੋਂ ਕੋਈ ਮਨੁੱਖ ਸ਼ਾਦੀ ਵਾਲੇ ਪਾਸੇ ਚਲਿਆ ਜਾਂਦਾ, ਸ਼ਾਦੀ ਹੋ ਜਾਂਦੀ ਆ, ਉਦੋਂ ਧਰਮ ਵਾਲੇ ਪਾਸੇ ਥੋੜ੍ਹਾ ਘੱਟ ਜਾਂਦਾ, ਇਹ ਲੋਕਾਂ ਦਾ ਖਿਆਲ ਆ। ਅਸੀਂ ਤੈਨੂੰ ਪਰਖਿਆ ਸੀ ਕਿ ਉਹਦੇ ਬਚਨ ਹੋਏ ਸੀ, ਕੀ ਨਾਂ ਤੇਰਾ? ਜੋਗਾ। ਮੈਂ ਪੁੱਛਿਆ ਸੀ ਕਿਹਦੇ ਜੋਗਾ? ਤੂੰ ਕਿਹਾ ਸੀ ਮੈਂ ਤੁਹਾਡੇ ਜੋਗਾ, ਤੇ ਮੈਂ ਕਿਹਾ ਸੀ ਮੈਂ ਤੇਰੇ ਜੋਗਾ। ਮੈਂ ਤੈਨੂੰ ਪਰਖਿਆ ਤੇ ਤੂੰ ਮੈਨੂੰ ਕਿੱਥੇ ਪਰਖਿਆ? ਕਹੋ ਸਤਨਾਮ ਸ੍ਰੀ। ਪਰ ਮੈਨੂੰ ਉੱਥੇ ਜਾਣਾ ਪਿਆ ਆਪਦੇ ਸਿੱਖ ਨੂੰ ਬਚਾਉਣ ਵਾਸਤੇ, ਪਹਿਰਾ ਕਰਨਾ ਪਿਆ। ਪ੍ਰੀਤਮ ਜੀ ਕਹਿੰਦੇ, ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕੱਢਿਆ, ਜਿਨ੍ਹਾਂ ਨੂੰ ਫਸਿਆਂ ਨੂੰ ਤੂੰ ਕੱਢ ਲਵੇਂ, ਫਿਰ ਉਹ ਤੇਰੀ ਸਿਫਤ ਕਰਦੇ ਨੇ ਮਹਾਰਾਜ। ਹਰ ਤੁਧ ਨੂੰ ਕਰੈ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਇਹ ਵੱਡੇ ਪਾਪ ਹੋਣ ਤੋਂ ਜੀਵ ਨੂੰ ਗੁਰੂ ਹੀ ਬਚਾ ਸਕਦਾ। ਇਸ ਕਰਕੇ ਇੱਥੇ ਮਨਮੁਖ ਇਸਤਰੀ ਨੂੰ, ਭਾਵ ਮਨਮੁਖ ਜੀਵ ਆਤਮਾ ਨੂੰ, ਸਾਨੂੰ ਸਾਰਿਆਂ ਨੂੰ, ਚਾਹੇ ਮਨੁੱਖ ਹੈ ਚਾਹੇ ਇਸਤਰੀ ਹੈ, ਜਿਹੜਾ ਮਨ ਦੀ ਮਰਜ਼ੀ ਮਗਰ ਚੱਲਦਾ ਹੈ, ਉਹਨੂੰ ਇੱਥੇ ਕੁਲੱਛਣੀ ਕਿਹਾ, ਮਾੜੀ ਇਸਤਰੀ ਬਦਚਲਨ ਇਸਤਰੀ ਕਿਹਾ, ਤੇ ਸੁਹਾਗਣ ਨੂੰ ਇੱਥੇ ਗੁਰਮੁਖ ਇਸਤਰੀ ਕਿਹਾ। ਗੁਰਮੁਖ ਤੇ ਮਨਮੁਖ ਦੋਨਾਂ ਨੂੰ ਇੱਥੇ ਤੀਜੇ ਪਾਤਸ਼ਾਹ ਜੀ ਨੇ ਇਸਤਰੀ ਦਾ ਅਲੰਕਾਰ ਲੈ ਕੇ ਉਸ ਢੰਗ ਨਾਲ ਸਮਝਾਉਣਾ ਕੀਤਾ। ਸਾਰੇ ਸਤਿਗੁਰ ਨੂੰ ਨਮਸਕਾਰ ਕਰੀਏ, ਜਿਹੜਾ ਸਾਨੂੰ ਇਹੋ ਜਿਹੇ ਪਾਪਾਂ ਤੋਂ ਬਚਾ ਲਵੇ, ਸਾਡੇ ਘਰ ਨੂੰ ਸਵਰਗ ਬਣਾ ਦੇਵੇ। ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਹਰ ਨਿਮਾਣਿਆ ਤੂੰ ਮਾਨ, ਹਰ ਡਾਢੀ ਹੂੰ ਤੂੰ ਡਾਢਿਆ। ਡਾਢਾ ਹੁੰਦਾ ਜਿਹੜਾ ਤਕੜਾ ਹੋਵੇ, ਦੂਜਿਆਂ ਨੂੰ ਡਿਸਟਰਬ ਕਰੇ, ਤੇ ਨਿਮਾਣਾ ਹੁੰਦਾ ਜਿਹੜਾ ਵਿਚਾਰਾ ਗਰੀਬ ਜਾ। ਹੇ ਮਹਾਰਾਜ, ਨਿਮਾਣਿਆਂ ਦਾ ਤੂੰ ਮਾਣ ਹੈ, ਤੇ ਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਤੂੰ ਉਹਨਾਂ ਤੋਂ ਵੱਡਾ ਹੈ। ਕਹੋ ਸਤਨਾਮ ਸ੍ਰੀ। ਹੰਕਾਰੀਆਂ ਦਾ ਹੰਕਾਰ ਵੀ, ਡਾਢਿਆਂ ਦਾ ਹੰਕਾਰ ਵੀ ਤੂੰ ਤੋੜ ਸਕਦਾ ਹੈ, ਤੇ ਨਿਮਾਣਿਆਂ ਦਾ ਮਾਣ ਵੀ ਤੂੰ ਰੱਖਦਾ ਹੈ। ਡਾਢੀ ਹੂੰ ਤੂੰ ਡਾਢਿਆ, ਹਰ ਅਹੰਕਾਰੀਆਂ ਮਾਰ ਨਿਵਾਏ। ਹੰਕਾਰੀਆਂ ਨੂੰ ਮਾਰ ਕੇ ਸਜ਼ਾ ਦੇ ਕੇ ਨਿਵਾਉਂਦਾ ਹੈ, ਥੱਲੇ ਕਰਦਾ ਹੈ। ਮਨਮੁਖ ਮੂੜ ਸਾਧਿਆ, ਮਨਮੁਖਾਂ ਨੂੰ, ਮੂਰਖਾਂ ਨੂੰ ਸੁਧਾਰ ਕੇ ਸਿੱਧੇ ਰਸਤੇ ਤੂੰ ਪਾ ਸਕਦਾ ਹੈ। ਚੌਥੇ ਪਾਤਸ਼ਾਹ ਅਰਦਾਸ ਕਰਦੇ ਆ ਸਾਡੇ ਵਾਸਤੇ ਪਰਮੇਸ਼ਰ ਅੱਗੇ, ਕਿਉਂਕਿ ਗੁਰੂ ਤਾਂ ਵਿਚੋਲਾ ਹੈ। ਅਸੀਂ ਜੀਵ ਇਸਤਰੀ ਹਾਂ, ਪਰਮੇਸ਼ਰ ਸਾਡਾ ਪਤੀ ਹੈ। ਬਸ ਸਾਡਾ ਦੋਹਾਂ ਦਾ ਮਿਲਾਪ ਜਿਹੜਾ ਉਹ ਗੁਰੂ ਕਰਾਉਂਦਾ ਹੈ। ਤਾਈਓ ਤਾਂ ਚੌਥੇ ਪਾਤਸ਼ਾਹ ਵਿੱਚ ਪੈਂਦੇ ਆ ਸਾਡੇ ਵਾਸਤੇ। ਕਹਿੰਦੇ ਮਹਾਰਾਜ, ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਤੂੰ ਹੰਕਾਰੀਆਂ ਨੂੰ ਖਤਮ ਕਰਨ ਵਾਲਾ ਹੈ। ਉਹਨਾਂ ਦਾ ਹੰਕਾਰ ਤੋੜ ਕੇ ਸਿੱਧੇ ਰਸਤੇ ਵੀ ਪਾ ਸਕਦਾ ਹੈ। ਮਨਮੁਖ ਮੂੜ ਸਾਧਿਆ, ਮਨਮੁਖ ਜੀਵ ਇਸਤਰੀਆਂ ਨੂੰ ਸਿੱਧੇ ਰਸਤੇ ਸਾਨੂੰ ਪਾ ਸਕਦਾ, ਪਾ ਦੇ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਆਪਣੇ ਪਿਆਰਿਆਂ ਨੂੰ ਤੂੰ ਵਡਿਆਈ ਦੇਣ ਵਾਲਾ ਹੈ। ਗਰੀਬਾਂ ਦਾ, ਅਨਾਥਾਂ ਦਾ ਨਾਥ ਤੂੰ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹਨਾਂ ਬਚਨਾਂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤੇ ਹਨ ਕਿ ਸਾਡਾ ਜੀਵਨ ਘਰ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਇਮਾਨਦਾਰੀ ਵਾਲਾ ਹੋਵੇ, ਤੇ ਫਿਰ ਉਹੀ ਘਰ ਸਵਰਗ ਬਣ ਜਾਣਾ ਹੈ। ਤੇ ਜਿੱਥੇ ਇੱਕ ਦੂਜੇ ਤੋਂ ਕੋਈ ਲੁਕ ਲਪੇਟ ਹੈ, ਕੋਈ ਗੁੱਝੇਪਣ ਹੈ, ਕੋਈ ਚੋਰੀ ਹੈ, ਕੋਈ ਝੂਠ ਹੈ, ਉਸੇ ਘਰ ਵਿੱਚ ਨਰਕ ਬਣ ਜਾਂਦਾ ਹੈ। ਸੋ ਘਰ ਨੂੰ ਸਵਰਗ ਬਣਾਉਣ ਦੇ ਸੋਹਣੇ ਢੰਗ ਬਾਣੀ ਵਿੱਚ ਪਾਤਸ਼ਾਹ ਨੇ ਦੱਸੇ। ਕਬੀਰ ਸਾਹਿਬ ਜੀ ਵੀ ਕਹਿੰਦੇ ਹਨ, ਉਸ ਬ੍ਰਾਹਮਣਾਂ ਨੂੰ ਦੇਂਦਾ ਨਰਕ ਸੁਰਗ ਲੈਂਦੇ, ਵੇਖੋ ਇਹ ਧਿੰਗਾਣਾ। ਵੀ ਜਿਹੜਾ ਸਵਰਗ ਹੈ ਪਰਿਵਾਰ ਦਾ, ਉਹ ਤਾਂ ਤੁਸੀਂ ਦਾਨ ਪੁੰਨ ਦੇ ਰੂਪ 'ਚ ਲੈ ਲਿਆ, ਤੇ ਸਾਨੂੰ ਦੇ ਤਾਂ ਨਰਕ ਇੱਥੇ ਜਿਉਂਦਿਆਂ ਨੂੰ। ਤੇ ਤੁਸੀਂ ਲਾਲਚ ਦਿੰਦੇ ਹੋ ਲੋਕਾਂ ਨੂੰ, ਆਹ ਦਾਨ ਕਰੋ, ਆਹ ਪੁੰਨ ਕਰੋ, ਇੱਥੇ ਐਂ ਕਰੋ, ਇੱਥੇ ਐਂ ਕਰੋ, ਤੁਹਾਨੂੰ ਸਵਰਗਾਂ ਦੇ ਵਿੱਚ ਬਹੁਤ ਐਸ਼ਾਂ ਮਿਲਣਗੀਆਂ, ਇਹਦੇ ਬਦਲੇ 70 ਗੁਣਾ ਵੱਧ ਕੇ ਮਿਲੂਗਾ। ਕਬੀਰ ਸਾਹਿਬ ਕਹਿੰਦੇ ਇੱਥੇ ਤਾਂ ਭੁੱਖੇ ਮਾਰਦਾ ਤੁਸੀਂ ਦਾਨ ਪੁੰਨ 'ਤੇ ਲਾ ਕੇ, ਸਾਨੂੰ ਗਾਹ ਸਾਨੂੰ ਤੁਸੀਂ ਸਵਰਗ ਦਿੰਦੇ ਹੋ। ਇਸਤਰੀਆਂ ਨੂੰ ਇਸ ਚੱਕਰ 'ਚ ਪਾਇਆ ਬ੍ਰਾਹਮਣਾਂ ਨੇ, ਬਈ ਤੁਸੀਂ ਆਪਣੇ ਮੁਰਦਾ ਪਤੀ ਨਾਲ ਸਤੀ ਹੋ ਜਾਓ, ਸਵਰਗਾਂ ਵਿੱਚ ਫਿਰ ਇਕੱਠੀਆਂ ਹੋ ਜਾਊਗੀਆਂ। ਕਈ ਭੋਲੀਆਂ ਭਾਲੀਆਂ ਮੱਚ ਜਾਂਦੀਆਂ, ਕਈਆਂ ਨੂੰ ਧੱਕੇ ਨਾਲ ਬਚਾ ਦਿੱਤਾ ਜਾਂਦਾ, ਕਿਉਂਕਿ ਬ੍ਰਾਹਮਣ ਨੇ ਐਸੇ ਕਰਮਕਾਂਡ ਬਣਾ ਦਿੱਤੇ। ਕੋ ਸਤਨਾਮ। ਕਈਆਂ ਨੂੰ ਧੱਕੇ ਨਾਲ ਤਾਂ ਬਚਾ ਦਿੱਤਾ ਜਾਂਦਾ ਵੀ ਘਰ ਵਾਲਾ ਤਾਂ ਮਰ ਗਿਆ,
ਇਹਨੂੰ ਵੀ ਮਾਰੋ, ਪਰ ਇਹ ਬਹਾਨਾ ਤਾਂ ਬਣਿਆ ਹੀ ਆ, ਜਿਵੇਂ ਆ ਕਰੋਨਾ ਦੇ ਵਿੱਚ ਬਹਾਨਾ ਬਣ ਗਿਆ, ਬਹਾਨਾ ਤਾਂ ਬਣਿਆ, ਇਹਨੂੰ ਵੀ ਮਾਰ ਦਿਓ ਪਰੇ, ਔਰ ਇਹਦੀ ਜਾਇਦਾਦ ਆਪਣੀ ਹੋ ਜਾਣੀ ਹੈ। ਤਾਂ ਤੀਜੇ ਪਾਤਸ਼ਾਹ ਨੇ ਸਤੀ ਦੀ ਰਸਮ ਖਤਮ ਕਰਾਈ, ਸਮਝਾਇਆ ਭਗਤਾਂ ਦੇ, ਗੁਰੂਆਂ ਨੇ ਸਮਝਾਇਆ, ਨਹੀਂ ਦੁਨੀਆ ਮੰਨੀ। ਤਾਂ ਅਕਬਰ ਦੇ ਕੋਲੋਂ ਕਾਨੂੰਨ ਬਣਾਇਆ, ਬਈ ਕਾਨੂੰਨ ਬਣਾਓ ਕੋਈ ਇਸਤਰੀ ਮੁਰਦਾ ਪਤੀ ਨਾਲ ਨਹੀਂ ਸੜੇਗੀ, ਤੇ ਜੇ ਉਸ ਨੂੰ ਸਾੜਨ ਦੇ ਵਿੱਚ ਕੋਈ ਸ਼ਾਮਲ ਹੋਇਆ ਉਹਨੂੰ ਬਰਾਬਰੀ ਅੱਗ 'ਚ ਪਾਇਆ ਜਾਊਗਾ। ਫਿਰ ਜਾ ਕੇ ਦੁਨੀਆ ਵਿੱਚੋਂ ਸਤੀ ਦੀਆਂ ਰਸਮਾਂ ਖਤਮ ਹੋਈਆਂ। ਗੁਰੂ ਕਿਰਪਾ ਕਰਨ, ਗੁਰੂ ਪਾਤਸ਼ਾਹ ਨੇ ਗੁਰਮਤਿ ਅਨੁਸਾਰ ਇਹ ਗਿਆਨ ਬਖਸ਼ਿਸ਼ ਕੀਤਾ। ਅਗਲਾ ਸ਼ਬਦ ਹੈ ਸਤਿਗੁਰ ਕੈ ਭਾਣੈ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ। ਆਓ ਗੁਰੂ ਦੀ ਗੱਲ ਮੰਨੀਏ, ਗੁਰਮਤਿ ਅਨੁਸਾਰ ਚੱਲੀਏ, ਇਹਦੇ ਵਿੱਚ ਹੀ ਆਪਣਾ ਭਲਾ ਹੈ। ਰਹਿੰਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।